ਜੈ ਲਖਦਾਤਾ ਪੀਰ ਦੀ ਮੌਜ ਫਕੀਰ ਦੀ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਰੋਜ਼ਾਨਾ ਸਿਮਰਨ ਕਰਦੇ ਰਹੋ, ਕਿਉਂਕਿ ਤੁਹਾਡੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੇ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਇੱਕ ਵਾਰ ਕ੍ਰਿਸ਼ਨ ਭਗਵਾਨ ਜੀ ਆਪਣੀ ਮੌਜ 'ਚ ਬੈਠੇ ਸਨ ਤਾਂ ਉਹਨਾਂ ਨੇ ਅਰਜਨ ਤੇ ਦ੍ਰੋਪਦੀ ਨੂੰ ਕਿਹਾ ਕਿ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ, ਤਾਂ ਸਵੇਰੇ ਤੁਸੀਂ ਆ ਜਾਣਾ। ਤੇ ਜਦੋਂ ਸਵੇਰ ਹੋਈ ਤਾਂ ਕ੍ਰਿਸ਼ਨ ਮਹਾਰਾਜ ਜੀ ਕੋਲ ਅਰਜਨ ਤੇ ਦ੍ਰੋਪਦੀ ਦੋਨੇ ਪਹੁੰਚ ਗਏ। ਉਸ ਸਮੇਂ ਕ੍ਰਿਸ਼ਨ ਭਗਵਾਨ ਜੀ, ਕ੍ਰਿਸ਼ਨ ਪਰਮਾਤਮਾ ਜੀ ਆਰਾਮ ਫਰਮਾ ਰਹੇ ਸੀ। ਜਦੋਂ ਆਰਾਮ ਫਰਮਾ ਰਹੇ ਸੀ ਤਾਂ ਉਹਨਾਂ ਦੀ ਅੱਖ ਖੁੱਲੀ ਤਾਂ ਸਿੱਧਾ ਧਿਆਨ ਉਹਨਾਂ ਦੇ ਅਰਜਨ ਤੇ ਪਿਆ ਤੇ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਕਿਹਾ ਕਿ ਮੰਗ ਜੋ ਮੰਗਣਾ ਤੈਨੂੰ ਮੈਂ ਅੱਜ ਦਊਂਗਾ, ਪਹਿਲਾਂ ਤੇਰੀ ਵਾਰੀ ਮੰਗਣ ਦੀ। ਪਰ ਇੰਨੇ ਨੂੰ ਦ੍ਰੋਪਦੀ ਬੋਲ ਪਿਆ, ਕਹਿੰਦਾ ਮਹਾਰਾਜ ਪਹਿਲਾਂ ਮੈਂ ਆਇਆ, ਇਹ ਤਾਂ ਬਾਅਦ ਚੋਂ ਆਇਆ। ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਜਿਹੜਾ ਮੇਰੇ ਸਾਹਮਣੇ ਬੈਠਾ, ਮੇਰੀ ਜਿੱਤੇ ਪਹਿਲੀ ਨਜ਼ਰ ਪਈ, ਮੇਰੇ ਹਿਸਾਬ ਨਾਲ ਪਹਿਲਾਂ ਉਹੀ ਆਇਆ। ਤੇ ਦ੍ਰੋਪਦੀ ਨੇ ਕਿਹਾ ਨਹੀਂ ਮਹਾਰਾਜ ਮੈਂ ਪਹਿਲਾਂ ਹੀ ਆਇਆ। ਤਾਂ ਫਿਰ ਕ੍ਰਿਸ਼ਨ ਮਹਾਰਾਜ ਜੀ ਹੱਸਣ ਲੱਗ ਪਏ। ਤਾਂ ਅਰਜਨ ਨੇ ਕਿਹਾ ਕਿ ਮਹਾਰਾਜ ਤੁਸੀਂ ਜੋ ਦੇਣਾ ਪਹਿਲਾਂ ਦ੍ਰੋਪਦੀ ਨੂੰ ਹੀ ਦੇ ਦਿਓ। ਤਾਂ ਇੰਨੀ ਗੱਲ ਸੁਣ ਕੇ ਕ੍ਰਿਸ਼ਨ ਮਹਾਰਾਜ ਨੇ, ਕ੍ਰਿਸ਼ਨ ਭਗਵਾਨ ਨੇ ਦ੍ਰੋਪਦੀ ਨੂੰ ਕਿਹਾ ਕਿ ਹਾਂ ਵੀ ਮੇਰੇ ਕੋਲ ਇੰਨੀ ਸੈਨਾ ਆ, ਤੇ ਦੱਸ ਤੈਨੂੰ ਕੀ ਚਾਹੀਦਾ। ਤਾਂ ਦ੍ਰੋਪਦੀ ਨੇ ਕਿਹਾ ਕਿ ਮੈਨੂੰ ਤੁਸੀਂ ਆਪਣੀ ਸੈਨਾ ਦੇ ਦਿਓ, ਜਿੰਨੀ ਤੁਹਾਡੀ ਸੈਨਾ ਆ ਸਾਰੀ ਸੈਨਾ ਮੈਨੂੰ ਦੇ ਦਿਓ। ਤਾਂ ਕ੍ਰਿਸ਼ਨ ਭਗਵਾਨ ਨੇ ਕਿਹਾ ਤਥਾਸਤੂ। ਤਾਂ ਉਹਨਾਂ ਨੇ ਆਪਣੀ ਜਿੰਨੀ ਵੀ ਸੈਨਾ ਸੀ ਸਾਰੀ ਦ੍ਰੋਪਦੀ ਨੂੰ ਦੇ ਦਿੱਤੀ। ਤੇ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਕਿਹਾ ਕਿ ਹੁਣ ਮੰਗ ਵੀ ਤੂੰ ਕੀ ਮੰਗਣਾ, ਹੁਣ ਤਾਂ ਮੈਂ ਹੀ ਇਕੱਲਾ ਬਚ ਗਿਆ, ਸੈਨਾ ਤਾਂ ਮੇਰੇ ਕੋਲ ਹੈ ਨਹੀਂ, ਸੈਨਾ ਤਾਂ ਸਾਰੀ ਇਹਨੇ ਮੰਗ ਲਈ। ਤਾਂ ਅਰਜਨ ਨੇ ਕਿਹਾ ਮਹਾਰਾਜ ਮੈਨੂੰ ਤੁਸੀਂ ਹੀ ਚਾਹੀਦੇ ਆ, ਮੈਨੂੰ ਇਹ ਸੈਨਾ ਨਹੀਂ ਚਾਹੀਦੀ, ਮੈਨੂੰ ਤੁਸੀਂ ਚਾਹੀਦੇ ਆ। ਤੁਸੀਂ ਮੇਰੇ ਨਾਲ ਹੋ ਤਾਂ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਆ, ਤੁਸੀਂ ਮੇਰੇ ਨਾਲ ਹੋ ਤਾਂ ਮੇਰੀ ਜਿੱਤ ਪੱਕੀ ਆ, ਤੇ ਇਸ ਕਰਕੇ ਮੈਨੂੰ ਤੁਸੀਂ ਹੀ ਚਾਹੀਦੇ ਆ। ਸੋ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਤਾਂ ਜਿੱਤ ਕਿਹਦੀ ਹੋਈ? ਪਾਂਡਵਾਂ ਦੀ। ਹਾਰ ਕਿਹਦੀ ਹੋਈ? ਦ੍ਰੋਪਦੀ ਦੀ। ਕਿਉਂਕਿ ਉਹਨੇ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਿਆ, ਭਗਵਾਨ ਦੇ ਕੋਲੋਂ ਭਗਵਾਨ ਨੂੰ ਨਹੀਂ ਮੰਗਿਆ, ਉਹਨੇ ਸੰਸਾਰ ਦੀ ਚੀਜ਼ਾਂ ਮੰਗ ਲਈਆਂ। ਉਹਨੇ ਸੈਨਾ ਮੰਗ ਲਈ, ਸਾਰੀ ਹਥਿਆਰ ਮੰਗ ਲਏ ਸਾਰੇ, ਪਰ ਉਹਨੇ ਪਰਮਾਤਮਾ ਨੂੰ ਭਗਵਾਨ ਨੂੰ ਨਹੀਂ ਮੰਗਿਆ, ਤੇ ਇਸ ਕਰਕੇ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਅਰਜਨ ਨੇ ਕ੍ਰਿਸ਼ਨ ਭਗਵਾਨ ਦੇ ਕੋਲੋਂ ਭਗਵਾਨ ਨੂੰ ਹੀ ਮੰਗ ਲਿਆ, ਕ੍ਰਿਸ਼ਨ ਭਗਵਾਨ ਨੂੰ ਹੀ ਮੰਗ ਲਿਆ, ਤਾਂ ਉਹਦੀ ਜਿੱਤ ਹੈ ਨਾ, ਮਹਾਭਾਰਤ ਦੇ ਯੁੱਧ ਵਿੱਚ ਉਹਦੀ ਜਿੱਤ ਹੋ ਗਈ, ਪਾਂਡਵ ਜਿੱਤ ਗਏ। ਸੋ ਇਸੇ ਤਰ੍ਹਾਂ ਮੇਰੀ ਆਪ ਦੇ ਚਰਨਾਂ 'ਚ ਬੇਨਤੀ ਆ, ਮੇਰੀ ਆਪ ਦੇ ਚਰਨਾਂ 'ਚ ਅਰਦਾਸ ਵੀ ਆ ਕਿ ਤੁਸੀਂ ਵੀ ਹਮੇਸ਼ਾ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਮੰਗਿਆ ਕਰੋ, ਗੁਰੂ ਦੇ ਕੋਲੋਂ ਹਮੇਸ਼ਾ ਗੁਰੂ ਨੂੰ ਹੀ ਮੰਗਿਆ ਕਰੋ, ਸੰਸਾਰ ਦੇ ਪਦਾਰਥ ਨਾ ਮੰਗਿਆ ਕਰੋ। ਮੇਰਾ ਕੰਮ ਚਲਾ ਦਿਓ,
ਮੇਰਾ ਵਿਆਹ ਕਰਾ ਦਿਓ, ਹਨਾ, ਮੇਰਾ ਕਾਰੋਬਾਰ ਸੈੱਟ ਕਰ ਦਿਓ, ਮੇਰੀ ਦੁਕਾਨ ਚੱਲ ਪਏ, ਮੇਰਾ ਵਿਆਹ ਹੋ ਜਾਵੇ, ਮੇਰਾ ਮੁੰਡਾ ਪੜ੍ਹਨ ਲੱਗ ਜਾਵੇ, ਹਨਾ, ਤੇ ਮੇਰੀ ਘਰ ਵਾਲੀ ਮੇਰਾ ਕਹਿਣਾ ਮੰਨ ਜਾਵੇ। ਸੋ ਤੁਸੀਂ ਇਹ ਸੰਸਾਰ ਦੇ ਰੋਣੇ ਧੋਣੇ ਆਪਣੇ ਗੁਰੂਆਂ ਦੇ ਕੋਲੋਂ, ਸੰਤਾਂ ਮਹਾਂਪੁਰਸ਼ਾਂ ਕੋਲੋਂ ਮੰਗਦੇ ਰਹਿੰਦੇ ਹੋ, ਜਿਹੜੇ ਕਿ ਇੱਕ ਦੁੱਖ ਦਾ ਕਾਰਨ ਆ। ਦੇਖੋ, ਇਹ ਸੰਸਾਰ ਇਹ ਦੁੱਖਾਂ ਦਾ ਘਰ ਹੈ, ਦੁੱਖਾਂ ਦੀ ਨਗਰੀ ਹੈ। ਇੱਥੇ ਸੁੱਖ ਕਿਸੇ ਨੂੰ ਨਹੀਂ ਹੈਗਾ। ਸੁੱਖ ਕਿੱਥੇ ਆ? ਪ੍ਰਮਾਤਮਾ ਦੇ ਨਾਮ ਦੇ ਵਿੱਚ ਆ, ਉਹਦੀ ਬੰਦਗੀ ਵਿੱਚ ਆ, ਭਗਤੀ ਵਿੱਚ ਆ। ਤੇ ਅਸੀਂ ਭਗਤੀ ਕਰਨੀ ਛੱਡ ਕੇ, ਹਨਾ, ਬੰਦਗੀ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਨਾਮ ਨਹੀਂ ਜਪਦੇ, ਤੇ ਅਸੀਂ ਕਹਿੰਦੇ ਕਿ ਸੁੱਖ ਸਾਨੂੰ ਮਿਲ ਜਾਵੇ। ਇਹ ਕਿੱਦਾਂ ਮਿਲ ਸਕਦਾ? ਬਿਨਾਂ ਭਗਤੀ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਠੀਕ ਆ? ਬਿਨਾਂ ਭਗਤੀ ਦੇ ਪ੍ਰਮਾਤਮਾ ਨਹੀਂ ਮਿਲ ਸਕਦਾ। ਬਿਨਾਂ ਭਗਤੀ ਦੇ ਸਦਾ ਸਦਾ ਆਨੰਦ ਨਹੀਂ ਮਿਲ ਸਕਦਾ। ਤੁਹਾਨੂੰ ਭਗਤੀ ਕਰਨੀ ਹੀ ਪੈਣੀ, ਚਾਹੇ ਅੱਜ ਕਰ ਲਓ, ਚਾਹੇ ਕੱਲ ਕਰ ਲਓ। ਪਿਆਰ ਨਾਲ ਕਰ ਲਓਗੇ ਤਾਂ ਵਧੀਆ ਗੱਲ ਆ, ਨਹੀਂ ਤਾਂ ਧੱਕੇ ਨਾਲ ਉਸਨੇ ਕਰਾ ਹੀ ਲੈਣੀ ਹੈ। ਠੀਕ ਹੈ ਨਾ? ਔਰ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਭਜਨ ਸਿੰਘ ਦਾ ਅਭਿਆਸ ਕਰਦੇ ਰਿਹਾ ਕਰੋ। ਘੱਟੋ ਘੱਟ 24 ਘੰਟੇ, ਦਸਵੰਧ 2.5 ਘੰਟੇ ਬਣਦਾ, ਘੱਟੋ ਘੱਟ ਤੁਹਾਡਾ 2.5 ਘੰਟੇ ਦਾ ਰੋਜ਼ ਦਾ ਨਿਤਨੇਮ ਪੱਕਾ ਹੋਣਾ ਚਾਹੀਦਾ, ਰੋਜ਼ ਦਾ ਅਭਿਆਸ ਹੋਣਾ ਚਾਹੀਦਾ। ਠੀਕ ਹੈ? ਸਿਮਰਨ ਕਰਦੇ ਹੋ, ਧਿਆਨ ਲਗਾਉਣ ਦੀ ਕੋਸ਼ਿਸ਼ ਕਰਨੀ ਹੈ। ਜੋ ਵੀ ਮਿਲਣਾ ਧਿਆਨ ਦੇ ਗਰਭ ਚੋਂ ਮਿਲਣਾ। ਬਾਅਦ ਦੇ ਜਿੰਨੇ ਵੀ ਤੁਸੀਂ ਕਰਮ ਕਾਂਡ ਜਿੰਨੇ ਮਰਜ਼ੀ ਕਰੋ, ਕਰੀ ਚਲੋ, ਇਹ ਤਾਂ ਇੱਕ ਮਨ ਦੀ ਤਸੱਲੀ ਆ, ਪਰ ਇਹਦੇ ਨਾਲ ਕਦੇ ਵੀ ਤੁਸੀਂ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਜਦ ਤੱਕ ਤੁਸੀਂ ਇੱਥੇ ਨਹੀਂ ਪਹੁੰਚਦੇ। ਵੱਧ ਤੋਂ ਵੱਧ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ, ਬਾਹਰੋਂ ਖਿਆਲ ਹਟਾ ਕੇ ਆਪਣੇ ਅੰਤਰ ਵੀ ਜੋੜਨ ਦੀ ਕੋਸ਼ਿਸ਼ ਕਰੋ, ਫਿਰ ਤੁਹਾਡੀ ਗੱਲ ਬਣੇਗੀ। ਠੀਕ ਹੈ ਨਾ? ਤੇ ਮੈਂ ਇਸੇ ਤਰ੍ਹਾਂ ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਹੋ, ਫਕੀਰਾਂ ਕੋਲ ਜਾਂਦੇ ਹੋ, ਗੁਰੂਆਂ ਦੇ ਕੋਲ ਜਾਂਦੇ ਹੋ ਆਪਣੇ, ਹਨਾ, ਤਾਂ ਉਹਨਾਂ ਦੇ ਕੋਲੋਂ ਸੰਸਾਰ ਦੀਆਂ ਚੀਜ਼ਾਂ ਨਾ ਮੰਗਿਆ ਕਰੋ, ਸੰਸਾਰ ਦੇ ਪਦਾਰਥ ਨਾ ਮੰਗਿਆ ਕਰੋ। ਠੀਕ ਹੈ ਨਾ? ਗੁਰੂਆਂ ਦੇ ਕੋਲੋਂ, ਸੰਤਾਂ ਮਹਾਂਪੁਰਸ਼ਾਂ ਕੋਲੋਂ ਨਾਮ ਦੀ ਯੁਕਤੀ ਲੈ ਕੇ ਉਹਦਾ ਅਭਿਆਸ ਕਰਿਆ ਕਰੋ। ਠੀਕ ਹੈ? ਪ੍ਰਮਾਤਮਾ ਦੇ ਕੋਲੋਂ ਪ੍ਰਮਾਤਮਾ ਮੰਗਿਆ ਕਰੋ, ਸੰਤਾਂ ਮਹਾਂਪੁਰਸ਼ਾਂ ਕੋ ਬੰਦਗੀ ਦੀ ਗੱਲ ਕਰਿਆ ਕਰੋ, ਭਗਤੀ ਦੀ ਗੱਲ ਕਰਿਆ ਕਰੋ, ਸੰਸਾਰ ਦੇ ਰੋਣੇ ਧੋਣੇ ਨਾ ਧੋਇਆ ਕਰੋ। ਇਹ ਸੰਤ ਮਹਾਂਪੁਰਸ਼ ਫਕੀਰ ਇਸ ਕੰਮਾਂ ਵਾਸਤੇ ਨਹੀਂ ਹੈਗੇ। ਠੀਕ ਹੈ? ਉਹ ਤਾਂ ਤੁਹਾਨੂੰ ਤੁਹਾਡੀ ਆਪਣੇ ਆਪ ਦੀ ਪਹਿਚਾਣ ਕਰਾਉਣ ਵਾਸਤੇ ਆ, ਤੁਹਾਨੂੰ ਪਰਮਾਤਮਾ ਤੱਕ ਜੋੜਨ ਵਾਸਤੇ ਆ, ਉਹਦੀ ਬੰਦਗੀ ਕਰਾਉਣ ਵਾਸਤੇ ਆ, ਉੱਤੋਂ ਤੱਕ ਪਹੁੰਚਾਉਣ ਦਾ ਜ਼ਰੀਆ। ਠੀਕ ਹੈ? ਉਹ ਤੁਹਾਨੂੰ ਨਾਮ ਦੀ ਗੱਲ ਬਾਰੇ ਦੱਸੋਗੇ, ਭਗਤੀ ਕਿੱਦਾਂ ਕਰਨੀ ਉਹਦੇ ਬਾਰੇ ਦੱਸੋਗੇ। ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋਲ ਭਗਤੀ ਦੀ ਗੱਲ ਕਰੋ, ਨਾਮ ਦੀ ਗੱਲ ਕਰੋ, ਬੰਦਗੀ ਦੀ ਗੱਲ ਕਰੋ, ਪਰਮਾਤਮਾ ਦੀ ਗੱਲ ਕਰੋ, ਗੁਰੂ ਦੀ ਗੱਲ ਕਰੋ। ਉਹਨਾਂ ਕੋ ਪੁੱਛਿਆ ਕਿ ਮੇਰੇ ਮਹਾਰਾਜ, ਮੇਰੇ ਗੁਰੂਦੇਵ, ਮੇਰਾ ਭਗਤੀ ਵਿੱਚ ਮੇਰਾ ਧਿਆਨ ਨਹੀਂ ਲੱਗਦਾ, ਉਹਦੇ ਬਾਰੇ ਦੱਸੋ। ਮੇਰਾ ਸਿਮਰਨ ਨਹੀਂ ਬਣਦਾ, ਉਹਦੇ ਬਾਰੇ ਦੱਸੋ। ਹੁਣ ਮੈਂ ਇੱਥੇ ਪਹੁੰਚ ਗਿਆ, ਹੁਣ ਅੱਗੇ ਦੱਸੋ, ਹਨਾ। ਆਪਣੇ ਇਹੋ ਜਿਹੇ ਕੁਐਸਚਨ ਕਰਿਆ ਕਰੋ, ਸਵਾਲ ਇਹੋ ਜਿਹੇ ਕਰਿਆ ਕਰੋ। ਜੇ ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋ ਜਾਣੇ ਆ, ਉਹਨੀ ਸੰਗਤ 'ਚ ਬਹਿ ਕੇ ਉਹਨਾਂ ਕੋਲ ਇਹ ਸਵਾਲ ਜਵਾਬ ਕਰਿਆ ਕਰੋ। ਸੰਸਾਰ ਦੇ ਰੋਣੇ ਧੋਣੇ ਨਾ ਲਿਆ ਕਰੋ। ਇਹ ਜੋ ਵੀ ਮੈਂ ਬਾਰ-ਬਾਰ ਹਮੇਸ਼ਾ ਗੱਲ ਕਹਿੰਦਾ, ਜਿੰਨੇ ਵੀ ਮੰਦਿਰ ਨੇ, ਗੁਰਦੁਆਰੇ ਨੇ, ਧਾਰਮਿਕ ਸਥਾਨ ਨੇ, ਇਹ ਤੁਹਾਡੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਨਹੀਂ ਹੈਗੇ, ਤੁਹਾਨੂੰ ਮੁੰਡੇ ਕੁੜੀਆਂ ਦੇਣ ਵਾਸਤੇ ਨਹੀਂ ਹੈਗੇ, ਤੁਹਾਨੂੰ ਕਾਰੋਬਾਰ ਚਲਾਉਣ ਵਾਸਤੇ ਨਹੀਂ ਹੈਗੇ। ਠੀਕ ਹੈ? ਇਹ ਜੋ ਵੀ ਨੇ ਪ੍ਰਮਾਤਮਾ ਨਾਲ ਜੋੜਨ ਦੇ ਸਾਧਨ ਨੇ, ਪ੍ਰਮਾਤਮਾ ਨਾਲ ਜੋੜਨ ਦਾ ਤਰੀਕੇ ਨੇ। ਇੱਥੇ ਭਗਤੀ ਦੀ ਗੱਲ ਕੀਤੀ ਜਾਂਦੀ, ਨਾਮ ਦੀ ਗੱਲ ਕੀਤੀ ਜਾਂਦੀ, ਬੰਦਗੀ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ? ਪਰ ਅਸੀਂ ਲੋਕਾਂ ਨੇ ਇਹਨਾਂ ਧਾਰਮਿਕ ਸਥਾਨਾਂ ਨੂੰ ਆਪਣੇ ਜ਼ਰੂਰਤਾਂ ਦੇ ਅੱਡੇ ਬਣਾ ਲਿਆ, ਜ਼ਰੂਰਤਾਂ ਦੇ ਸਾਧਨ ਬਣਾ ਲਿਆ। ਇੱਕ ਅੰਧ ਵਿਸ਼ਵਾਸ ਹੈ ਕਿ ਸ਼ਾਇਦ ਮੈਂ ਉੱਥੇ ਜਾ ਕੇ ਮੇਰਾ ਇਦਾਂ ਹੋ ਜੂ, ਇਦਾਂ ਕੁਝ ਨਹੀਂ ਹੋਣ ਵਾਲਾ, ਕਿਉਂਕਿ ਇਹ ਸੰਸਾਰ ਕਰਮ ਭੂਮੀ ਹੈ। ਜਿੱਦਾਂ ਦੇ ਤੁਸੀਂ ਕਰਮ ਕਰੋਗੇ ਤੁਹਾਨੂੰ ਉਹ ਜਿਹਾ ਫਲ ਮਿਲੇਗਾ। ਤੁਸੀਂ ਕੰਡੇ ਬੀਜੇ ਤੇ ਤੁਹਾਨੂੰ ਕੰਡੇ ਹੀ ਮਿਲਣਗੇ। ਠੀਕ ਹੈ? ਤੁਸੀਂ ਅੰਬ ਬੀਜੋਗੇ, ਅੰਬ ਹੀ ਮਿਲਣਗੇ। ਜੈ ਜੀ ਤੁਸੀਂ ਫਸਲ ਪਾਓਗੇ, ਜ਼ਮੀਨ ਦੇ ਵਿੱਚ ਬੀਜ ਪਾਓਗੇ, ਉਹ ਜੀ ਤੁਹਾਨੂੰ ਫਸਲ ਵੱਢਣੀ ਪੈਣੀ। ਤੇ ਇਸ ਕਰਕੇ ਜੋ ਵੀ ਤੁਹਾਨੂੰ ਮਿਲਣਾ, ਜੋ ਵੀ ਤੁਹਾਡੇ ਕਰਮਾਂ ਦੇ ਅਨੁਸਾਰ ਜੋ ਵੀ ਤੁਹਾਨੂੰ ਮਿਲਣਾ, ਸਮੇਂ ਆਏ ਤੇ ਕਦੋਂ ਮਿਲਣਾ, ਕਿੱਥੇ ਮਿਲਣਾ, ਕਿੰਨਾ ਮਿਲਣਾ, ਕਿੱਦਾਂ ਮਿਲਣਾ, ਉਹ ਸਮੇਂ ਆਏ ਤੇ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ। ਤੁਸੀਂ ਆਪਣੇ ਵੱਲੋਂ ਅੱਛੇ ਕਰਮ ਕਰਦੇ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਔਰ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਕੋਈ ਛੁੱਟੀ ਨਹੀਂ ਕਰਨੀ। ਤੁਸੀਂ ਰੋਟੀ ਰੋਜ਼ ਖਾਂਦੇ ਹੋ, ਪਾਣੀ ਰੋਜ਼ ਪੀਂਦੇ ਹੋ, ਰੋਜ਼ ਸੌਂਦੇ ਹੋ, ਰੋਜ਼ ਜਾਗਦੇ ਹੋ, ਹਨਾ। ਤਾਂ ਇਸੇ ਤਰ੍ਹਾਂ ਜੇ ਇਹ ਕੰਮ ਕਰਦੇ ਹੋ ਤਾਂ ਭਗਤੀ ਕਿਉਂ ਨਹੀਂ ਕਰਦੇ? ਤੁਸੀਂ ਸਿਮਰਨ ਕਿਉਂ ਨਹੀਂ ਕਰਦੇ? ਠੀਕ ਹੈ? ਇਹ ਜੀਵਨ ਦਾ ਜਿਹੜਾ ਪਹਿਲਾ ਮਕਸਦ ਆ, ਬੰਦਗੀ ਕਰਨਾ, ਭਗਤੀ ਕਰਨਾ ਆ। ਅਸੀਂ ਇੱਥੇ ਸੌਣ ਵਾਸਤੇ ਨਹੀਂ ਆਏ, ਅਸੀਂ ਇੱਥੇ ਸੰਸਾਰ ਦੇ ਠਿਕਰੇ ਇਕੱਠੇ ਕਰਨ ਵਾਸਤੇ ਨਹੀਂ ਆਏ।
ਜੋ ਤੁਸੀਂ ਕੰਮ ਕਰਦੇ ਪਏ ਹੋ, ਇਹੀ ਤਾਂ ਪਸ਼ੂ ਵੀ ਕੰਮ ਕਰਦੇ ਪਏ ਆ। ਫਿਰ ਤੁਹਾਡੇ ਉਹਨਾਂ 'ਚ ਕੀ ਫਰਕ ਰਹਿ ਗਿਆ? ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਆਪ ਨੂੰ ਪਹਿਚਾਨ, ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਤੇ ਤੁਸੀਂ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਠੀਕ ਹੈ ਨਾ। ਗੁਰੂਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਗੁਰੂ ਨਾਲ ਪ੍ਰੇਮ ਕਰਦੇ ਹੋ ਤਾਂ ਸਿਮਰਨ ਕਰੋ, ਬੰਦਗੀ ਕਰੋ, ਭਗਤੀ ਕਰੋ, ਠੀਕ ਹੈ। ਜਦੋਂ ਵੀ ਤੁਸੀਂ ਭਗਤੀ ਦਾ ਅਭਿਆਸ ਕਰੋਗੇ, ਰੋਜ਼ ਸਿਮਰਨ ਕਰੋਗੇ, ਬੰਦਗੀ ਕਰੋਗੇ, ਜੇ ਅੰਤਰ ਦੇ ਵਿੱਚ ਉਸ ਪ੍ਰਭੂ ਨਾਲ ਤੁਹਾਡੀ ਗੱਲਾਂ ਹੁੰਦੀਆਂ, ਤੁਹਾਡੇ ਗੁਰੂ ਮਹਾਰਾਜ ਨਾਲ ਤੁਹਾਡੇ ਗੱਲਾਂ ਹੁੰਦੀਆਂ, ਉਹ ਤੁਹਾਨੂੰ ਪੁੱਛੋਗੇ ਤੁਹਾਨੂੰ ਕੀ ਚਾਹੀਦਾ, ਤਾਂ ਹਮੇਸ਼ਾ ਇਹ ਗੱਲ ਹਮੇਸ਼ਾ ਮੇਰੀ ਯਾਦ ਰੱਖਣਾ, ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ, ਗੁਰੂ ਦੇ ਕੋਲੋਂ ਹਮੇਸ਼ਾ ਗੁਰੂ ਨੂੰ ਮੰਗਿਆ ਕਰੋ। ਫਿਰ ਤੁਹਾਨੂੰ ਸਦਾ ਸਦਾ ਦਾ ਸੁੱਖ ਮਿਲੇਗਾ, ਸਦਾ ਸਦਾ ਆਨੰਦ ਮਿਲੇਗਾ, ਫਿਰ ਖੁਸ਼ੀਆਂ ਖੁਸ਼ੀਆਂ ਮਿਲਣਗੀਆਂ ਚਾਰੇ ਪਾਸੇ। ਪਰ ਤੁਸੀਂ ਲੋਕ ਬੜੇ ਅਫਸੋਸ ਦੀ ਗੱਲ ਆ, ਬੜੀ ਮਾੜੀ ਗੱਲ ਆ, ਹਨਾ, ਕਿ ਤੁਸੀਂ ਸੰਤਾਂ ਮਹਾਂਪੁਰਸ਼ਾਂ ਕੋਲੋਂ, ਫਕੀਰਾਂ ਕੋਲੋਂ, ਹਨਾ, ਕੁਛ ਰੱਬ ਦੀ ਗੱਲ ਕਰਨ ਦੀ ਬਜਾਏ ਤੁਸੀਂ ਸੰਸਾਰ ਦੀ ਚੀਜ਼ਾਂ ਮੰਗਦੇ ਫਿਰਦੇ ਹੋ, ਜੋ ਇੱਕ ਦੁੱਖ ਦਾ ਕਾਰਨ। ਇਹੋ ਜਿਹੀ ਕੋਈ ਇੱਥੇ ਦੁਕਾਨ ਨਹੀਂ ਹੈਗੀ ਜਿਹੜੀ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ। ਤੁਸੀਂ ਮਿਹਨਤ ਕਰੋ, ਇਹ ਕਰਮ ਭੂਮੀ ਹੈ, ਸੰਸਾਰ ਆ, ਕਰਮ ਕਰੋ, ਕਰਮ ਕਰਨਾ ਨਾ ਹਟੋ, ਕਰਮ ਕਰੋ, ਕਰਮ ਅਨੁਸਾਰ ਤੁਹਾਨੂੰ ਫਲ ਮਿਲੇਗਾ। ਮਾਲੀ ਦਾ ਕੰਮ ਪਾਣੀ ਪਾਣਾ, ਪਰ ਪਰ ਮਸ਼ਕਾਂ ਪਾਵੇ। ਮਾਲੀ ਦਾ ਕੰਮ ਪਾਣੀ ਪਾਣਾ, ਪਰ ਪਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ, ਉਹਦੀ ਮਰਜ਼ੀ ਆ। ਤੁਸੀਂ ਬਸ ਆਪਣਾ ਮਾਲੀ ਜਿੱਦਾਂ ਪਾਣੀ ਰੋਜ਼ ਪਾਉਂਦਾ ਪੌਦੇ ਨੂੰ, ਇਸੇ ਤਰ੍ਹਾਂ ਤੁਸੀਂ ਆਪਣੇ ਕਰਮ ਕਰਦੇ ਰਹੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ, ਠੀਕ ਹੈ। ਸਮੇਂ ਆਏ ਤੇ ਜਿਸ ਤਰ੍ਹਾਂ ਦਰਖਤ ਦੇ ਫਲ ਲੱਗ ਜਾਂਦੇ ਆ, ਬੂਟੇ ਦੇ ਫਲ ਲੱਗ ਜਾਂਦੇ ਆ, ਫੁੱਲ ਲੱਗ ਜਾਂਦੇ ਆ, ਇਸੇ ਤਰ੍ਹਾਂ ਸਮੇਂ ਆਏ ਤੇ ਵੀ ਤੁਹਾਨੂੰ ਵੀ ਫਲ ਜ਼ਰੂਰ ਮਿਲੇਗਾ, ਠੀਕ ਹੈ। ਭਗਤੀ ਚਾਹੇ ਜਿੱਦਾਂ ਮਰਜ਼ੀ ਕੀਤੀ ਆ, ਇਹ ਕਦੇ ਵਿਅਰਥ ਨਹੀਂ ਜਾਂਦੀ, ਕਦੇ ਨਾ ਕਦੇ ਆ ਕੇ ਤੁਹਾਨੂੰ ਸਮੇਂ ਆਏ ਤੇ ਇਹਦਾ ਫਲ ਜ਼ਰੂਰ ਮਿਲੇਗਾ। ਬਸ ਤੁਸੀਂ ਨਿਸ਼ਕਾਮ ਭਾਵਨਾ, ਬਿਨਾਂ ਸਵਾਰਥ ਦੇ, ਬਿਨਾਂ ਸਵਾਲ ਦੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਕਰੋ। ਹਮੇਸ਼ਾ ਫਿਰ ਬਾਰ-ਬਾਰ ਉਹੀ ਗੱਲ ਕਿ ਪ੍ਰਮਾਤਮਾ ਦੇ ਕੋਲੋਂ ਹਮੇਸ਼ਾ ਪ੍ਰਮਾਤਮਾ ਨੂੰ ਮੰਗਣਾ। ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਦੇ ਕੋਲੋਂ ਦੁਰਯੋਧਨ ਨੇ ਸੇਨਾ ਮੰਗ ਲਈ ਤੇ ਅਰਜਨ ਨੇ ਪ੍ਰਭੂ ਨੂੰ, ਕ੍ਰਿਸ਼ਨ ਭਗਵਾਨ ਨੂੰ ਹੀ ਮੰਗ ਲਿਆ ਕਿ ਤੁਸੀਂ ਮੇਰੇ ਨਾਲ ਹੋ ਤਾਂ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈਗੀ, ਠੀਕ ਹੈ। ਤੇ ਜਿੱਤ ਵੀ ਅਰਜਨ ਦੀ ਹੋਈ, ਪਾਂਡਵਾਂ ਦੀ ਹੋਈ। ਦੁਰਯੋਧਨ ਦੇ ਲੈਣੀ ਸੇਨਾ ਲੈ ਕੇ ਵੀ ਉਹ ਹਾਰ ਗਿਆ, ਕਿਉਂਕਿ ਉਹਨੇ ਪਰਮਾਤਮਾ ਨੂੰ ਨਹੀਂ ਮੰਗਿਆ, ਭਗਵਾਨ ਨੂੰ ਨਹੀਂ ਮੰਗਿਆ। ਤੇ ਇਸੇ ਤਰ੍ਹਾਂ ਤੁਸੀਂ ਵੀ ਨਾ ਹਾਰ ਜਾਓ, ਆਪਾਂ ਜਿੱਤਣਾ ਹੈਗਾ, ਠੀਕ ਹੈ ਨਾ। ਤੇ ਤੁਸੀਂ ਆਪਾਂ ਹਮੇਸ਼ਾ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਣਾ, ਗੁਰੂ ਦੇ ਕੋਲੋਂ ਹਮੇਸ਼ਾ ਗੁਰੂ ਨੂੰ ਮੰਗਣਾ, ਠੀਕ ਹੈ। ਮੈਨੂੰ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਕਿਉਂਕਿ ਅੱਜ ਨਹੀਂ ਤਾਂ ਕੱਲ ਕਰਨੀ ਪੈਣੀ। ਇਹਦਾ ਫਾਇਦਾ ਵੀ ਤੁਹਾਨੂੰ ਹੀ ਆ, ਮੈਨੂੰ ਵੀ ਕੋਈ ਫਾਇਦਾ ਹੋਣ ਵਾਲਾ ਨਹੀਂ ਹੈਗਾ। ਪਰ ਮੇਰੇ ਜੀਵਨ ਦਾ ਜੋ ਮਕਸਦ ਆ, ਜੋ ਇਸ ਸਫ਼ਰ ਦੇ ਪਹਿਚਾਨੇ ਅਨੁਭਵ ਕੀਤਾ, ਤਾਂ ਇਸ ਕਰਕੇ ਮੇਰੇ ਗੁਰੂ ਮਹਾਰਾਜ ਕਹਿੰਦੇ ਕਿ ਬੇਟੇ ਉਸ ਦਰਖਤ ਦਾ ਫਾਇਦਾ ਕੀ ਆ ਜਿਹੜਾ ਕਿਸੇ ਨੂੰ ਫਲ ਹੀ ਨਾ ਦੇ ਸਕੇ। ਉਹ ਦਰਖਤ ਦਾ ਫਾਇਦਾ ਕੀ ਹੈ ਜਿਹੜਾ ਕਿਸੇ ਛਾਂ ਹੀ ਨਾ ਦੇ ਸਕੇ। ਜੇ ਕੁਝ ਅਨੁਭਵ ਹੋਇਆ, ਜੋ ਪ੍ਰਭੂ ਦੀ ਕਿਰਪਾ ਹੋਈ ਆ, ਆਪਣਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ, ਕਿਤੇ ਨਾ ਕਿਤੇ ਤੁਹਾਡੀ ਗੱਲ ਬਣ ਜਾਵੇ। ਪਰ ਇਹ ਆਪ ਕਰਨਾ ਪੈਣਾ, ਕਰਨੀ ਦਾ ਮਾਰਗ ਆ, ਠੀਕ ਆ। ਆਪ ਰੋਟੀ ਖਾਓਗੇ, ਤੁਹਾਡੀ ਆਪ ਦੀ ਭੁੱਖ ਮਿਟੇਗੀ। ਮੈਂ ਰੋਟੀ ਖਾਵਾਂ, ਮੇਰੀ ਭੁੱਖ ਮਿਟੇਗੀ। ਮੈਂ ਪਾਣੀ ਪੀਵਾਂ, ਮੇਰੀ ਪਿਆਸ ਮਿਟੇਗੀ। ਤੁਸੀਂ ਪਾਣੀ ਪੀਓਗੇ, ਤੁਹਾਡੀ ਪਿਆਸ ਮਿਟਣੀ ਹੈ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਬੰਦਗੀ ਕਰੋਗੇ ਤਾਂ ਤੁਹਾਨੂੰ ਹੀ ਇਹਦਾ ਅਸਰ ਹੋਣਾ, ਤੁਹਾਨੂੰ ਇਹਦਾ ਫਲ ਮਿਲਣਾ, ਠੀਕ ਹੈ। ਇਹ 'ਚ ਮੈਨੂੰ ਵੀ ਕੋਈ ਫਲ ਮਿਲਣ ਵਾਲਾ ਨਹੀਂ ਹੈਗਾ, ਨਾ ਤੁਹਾਡੇ ਗੁਆਂਢੀ ਨੂੰ ਫਲ ਮਿਲਣਾ ਕਿਸੇ ਦਾ। ਤੁਹਾਡੀ ਭਗਤੀ ਦਾ ਫਲ ਤੁਹਾਨੂੰ ਹੀ ਮਿਲਣਾ। ਇਸ ਕਰਕੇ ਤੁਸੀਂ ਰੋਜ਼ ਸਿਮਰਨ ਕਰਿਆ ਕਰੋ, ਰੋਜ਼ ਬੰਦਗੀ ਕਰੋ, ਇਹਦਾ ਫਾਇਦਾ ਤੁਹਾਨੂੰ ਹੀ ਹੈ, ਠੀਕ ਹੈ ਨਾ। ਤੇ ਕਿਸੇ ਗੱਲ ਦੀ ਚਿੰਤਾ ਨਾ ਕਰੋ, ਆਪਣੇ ਗੁਰੂ ਤੇ ਭਰੋਸਾ ਰੱਖ ਕੇ, ਗੁਰੂ ਤੇ ਪੂਰਾ ਵਿਸ਼ਵਾਸ ਰੱਖੋ, ਗੁਰੂ ਤੇ ਭਰੋਸਾ ਰੱਖੋ। ਗੁਰੂ ਨੇ ਤੁਹਾਨੂੰ ਇੱਕੋ ਕੰਮ ਦਿੱਤਾ ਕਿ ਬੇਟੇ ਬੰਦਗੀ ਕਰੋ, ਸਿਮਰਨ। ਤੁਸੀਂ ਆਪਣੀ ਡਿਊਟੀ ਰੋਜ਼ ਸਿਮਰਨ ਕਰਦੇ ਰਹੋ, ਸਮੇਂ ਆਏ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਤੁਹਾਨੂੰ ਸਦਾ ਸਦਾ ਆਨੰਦ ਮਿਲੇਗਾ, ਸਦਾ ਸਦਾ ਸੁੱਖ ਮਿਲੇਗਾ, ਠੀਕ ਹੈ। ਤੁਸੀਂ ਰੋਜ਼ ਹੀ ਸਿਮਰਨ ਕਰਨਾ, ਰੋਜ਼ ਹੀ ਬੰਦਗੀ ਕਰਨੀ ਹੈ, ਠੀਕ ਹੈ। ਮੇਰੀ ਰੋਜ਼ ਛੋਟੀ ਛੋਟੀ ਵੀਡੀਓ ਪਾਣਾ ਇਸੇ ਕਰਕੇ ਤੁਹਾਡੀ ਕਿਤੇ ਨਾ ਕਿਤੇ ਤੁਸੀਂ ਫਸੋ ਨਾ, ਹਨਾ। ਤੁਹਾਨੂੰ ਕਿਸੇ ਨਾ ਕਿਸੇ ਗੱਲ ਦਾ ਜਵਾਬ ਮਿਲਵੇ, ਕਿੱਥੇ ਕਿਹੜਾ ਸਵਾਲ ਕਰਨਾ, ਠੀਕ ਹੈ ਨਾ। ਔਰ ਕਈ ਵਾਰੇ ਅਸੀਂ ਲੋਕ ਕੀ ਕਰਦੇ ਆ, ਦੇਖਣ ਨੂੰ ਮਿਲਿਆ, ਸੁਣਨ ਨੂੰ ਮਿਲਿਆ, ਕਈ ਸੰਗਤ ਮਿਲਦੀ ਆ। ਇੱਕ ਵਾਰ ਇੱਕ ਲੇਡੀਜ਼ ਗੁੱਗਾ ਜਾਰ ਪੀਰ ਦੀ ਬਹੁਤ ਭਗਤੀ ਕਰਦੀ ਸੀ, ਤੇ ਭਗਤੀ ਕਰਦੇ ਕਰਦੇ ਇੱਕ ਦਿਨ ਪ੍ਰਭੂ ਸਾਹਮਣੇ ਖੜੇ ਹੋ ਗਏ, ਕਹਿੰਦੇ ਬੇਟੇ ਮੰਗ ਕੀ ਮੰਗਣਾ, ਤੇ ਤੋਂ ਮੈਂ ਖੁਸ਼ ਬਹੁਤ ਹਾਂ।
ਤੂੰ ਜੋ ਮੰਗੇਂਗੀ ਮੈਂ ਤੈਨੂੰ ਦਵਾਂਗਾ। ਤਾਂ ਉਸ ਔਰਤ ਨੇ ਉਸ ਗੁੱਗਾ ਪੀਰ ਤੋਂ, ਗੁੱਗਾ ਜ਼ਾਹਰ ਪੀਰ ਤੋਂ ਉਹਦੇ ਕੋਲ ਕਹਿੰਦੀ ਮੈਨੂੰ ਧਨ ਦੇ ਦਿਓ, ਮੈਨੂੰ ਪੈਸਾ ਦੇ ਦਿਓ ਕਿ ਮੈਂ ਵੀ ਅਮੀਰ ਬਣ ਜਾਵਾਂ ਨਾ। ਤਾਂ ਗੁੱਗਾ ਜ਼ਾਹਰ ਪੀਰ ਨੇ ਕਿਹਾ ਬਸ ਇੰਨਾ ਹੀ ਚਾਹੀਦਾ, ਤੇ ਕਹਿੰਦੇ ਹਾਂਜੀ ਮੈਨੂੰ ਬਸ ਪੈਸਾ ਦੇ ਦਿਓ, ਮੈਂ ਖੁਸ਼ ਹਾਂ। ਤਾਂ ਉਹਨਾਂ ਨੇ ਜਦ ਹੀ ਆਸ਼ੀਰਵਾਦ ਦਿੱਤਾ ਹਨਾ, ਬਚਨ ਦਿੱਤਾ, ਤੇ ਉਸ ਔਰਤ ਦੇ ਕੋਲੋਂ ਪੈਸਾ ਆਉਣਾ ਸ਼ੁਰੂ ਹੋ ਗਿਆ। ਜਦੋਂ ਪੈਸਾ ਆਉਣਾ ਸ਼ੁਰੂ ਹੋ ਗਿਆ, ਤੇ ਜੇ ਉਹ ਪੈਸਾ ਆਵੇ, ਜੋ ਜ਼ਰੂਰਤ ਤੋਂ ਵੱਧ ਜੋ ਪੈਸਾ ਹੋ ਜਾਂਦਾ, ਲక్ష్ਮੀ ਹੁੰਦੀ ਹੈ, ਜ਼ਰੂਰਤ ਤੋਂ ਵੱਧ ਤਾਂ ਮਾਇਆ ਬਣ ਜਾਂਦੀ ਹੈ। ਮਾਇਆ ਦਾ ਕੰਮ ਕੀ ਹੁੰਦਾ? ਡਸਣਾ। ਠੀਕ ਆ। ਫਿਰ ਉਹ ਪੈਸਾ ਘਰੇ ਆਉਣ ਲੱਗਾ, ਪੈਸੇ ਆਉਂਦੇ ਆਉਂਦੇ ਹੌਲੀ ਬਿਮਾਰੀਆਂ ਲੱਗ ਗਈਆਂ ਸਰੀਰ ਨੂੰ। ਫਿਰ ਜਦੋਂ ਵੀ ਬੰਦਗੀ ਤੇ ਬੈਠਾ ਕਰੇ, ਭਗਤੀ ਤੇ ਬੈਠਾ ਕਰੇ, ਪੀਰਾਂ ਨੂੰ ਯਾਦ ਕਰੇ, ਪੀਰ ਆਣ ਨਾ। ਠੀਕ ਆ। ਉਹ ਆਵੇ ਨਾ, ਬੜੀਆਂ ਆਵਾਜ਼ਾਂ ਮਾਰੇ, ਬੜੀਆਂ ਅਰਦਾਸਾਂ ਕਰੇ ਕਿ ਪ੍ਰਭੂ ਤੁਸੀਂ ਆ ਜਾਓ। ਆਵੇ ਕਿੱਥੇ? ਕਿਉਂਕਿ ਉਹਨੇ ਪੈਸਾ ਹੀ ਮੰਗਿਆ ਉਹਦੇ ਕੋਲੋਂ। ਜੇ ਉਹਨੂੰ ਮੰਗ ਲੈਂਦੀ ਤਾਂ ਉਹਦੇ ਨਾਲ ਨਾਲ ਸਭ ਕੁਝ ਧਨ ਪਦਾਰਥ ਵੀ ਮਿਲ ਜਾਣਾ ਸੀ, ਪਰ ਉਸਨੇ ਉਸ ਨੂੰ ਛੱਡ ਕੇ, ਪੀਰਾਂ ਫਕੀਰਾਂ ਨੂੰ ਛੱਡ ਕੇ ਉਹਨੇ ਧਨ ਦੌਲਤ ਮੰਗ ਲਿਆ। ਤੇ ਇਸ ਕਰਕੇ ਉਹ ਦੁਖੀ ਰਹੀ, ਹਾਏ ਹਾਏ ਕਰਦੀ ਰਹੀ, ਸਾਰੀ ਜ਼ਿੰਦਗੀ ਏਦਾਂ ਹੀ ਮੰਜੇ ਤੇ ਕੱਟੀ, ਹਾਰ ਕੇ ਤੜ ਕੇ ਮਰ ਗਈ। ਸੋ ਇਸੇ ਤਰ੍ਹਾਂ ਇਹ ਪ੍ਰੈਕਟੀਕਲ ਗੱਲਾਂ ਨੇ। ਇਹ ਜ਼ਿੰਦਗੀ ਦੇ ਸਾਨੂੰ ਇਹੋ ਜਿਹੇ ਸ਼ਖਸ ਮਿਲਦੇ ਨੇ ਜਿਨ੍ਹਾਂ ਨੇ ਪ੍ਰੈਕਟੀਕਲ ਅਨੁਭਵ ਹੁੰਦਾ। ਤੇ ਇਸੇ ਤਰ੍ਹਾਂ ਤਾਂ ਹੀ ਤੁਹਾਨੂੰ ਉਹ ਸਾਂਝੇ ਤੁਹਾਡੇ ਨਾਲ ਕਰਦਾ ਕਿ ਤੁਸੀਂ ਨਾ ਕਿਤੇ ਫਸ ਜਾਓ। ਤਾਂ ਇਸ ਕਰਕੇ ਤੁਹਾਨੂੰ ਕਿਹਾ ਜਦੋਂ ਤੁਸੀਂ ਭਗਤੀ ਕਰੋਗੇ, ਰੋਜ਼ ਬੰਦਗੀ ਕਰੋਗੇ, ਤੁਹਾਡੇ ਅੰਤਰ ਵਿੱਚ ਗੱਲਾਂ ਬਾਤਾਂ ਹੋਣਗੀਆਂ। ਤਾਂ ਉਹ ਗੱਲਾਂ ਬਾਤਾਂ ਤੇ ਤੁਹਾਡੇ ਕੋਲ ਕੁਐਸਚਨ ਹੋਣਗੇ, 3 ਬਚਨ ਲਿੱਤੇ ਜਾਂਦੇ ਆ। ਠੀਕ ਹੈ ਨਾ। ਤੇ ਉਹ ਬਚਨਾ ਤੁਸੀਂ ਪਾਸ ਹੋਣਾ। ਹਮੇਸ਼ਾ ਮੈਂ ਬਾਰ-ਬਾਰ ਕਹਿਣਾ ਕਿ ਜਦੋਂ ਭਗਤੀ ਦੇ ਵਿੱਚ ਤੁਸੀਂ ਜਾਓਗੇ, ਅੰਦਰਲਾ ਸਫ਼ਰ ਤੈਅ ਕਰੋਗੇ, ਜੇ ਗੱਲਾਂ ਬਾਤਾਂ ਹੋਣਗੀਆਂ ਤਾਂ ਗੁਰੂ ਮਹਾਰਾਜ ਨਾਲ ਹਨਾ, ਤੇ ਉਹਦੇ ਕੋਲ ਹਮੇਸ਼ਾ ਪ੍ਰਮਾਤਮਾ ਦੇ ਕੋਲੋਂ ਪ੍ਰਮਾਤਮਾ ਨੂੰ ਮੰਗਣਾ, ਕਦੇ ਗਲਤੀ ਨਾ ਕਰਨਾ ਹੈ। ਠੀਕ ਹੈ। ਤੇ ਸਦਾ ਸਦਾ ਤੁਸੀਂ ਖੁਸ਼ ਰਹੋਗੇ, ਸਦਾ ਸਦਾ ਆਨੰਦ ਵਿੱਚ ਰਹੋਗੇ। ਔਰ ਆਨੰਦ ਵੀ ਸਾਡੇ ਅੰਦਰ ਆ, ਆਨੰਦ ਬਾਹਰ ਨਹੀਂ ਹੈ। ਜਿਹਨੂੰ ਵੀ ਆਨੰਦ ਮਿਲਿਆ ਅੰਦਰ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਦਾ। ਦੁੱਖ ਬਾਹਰ ਮਿਲਦੇ ਆ, ਕਸ਼ਟ ਬਾਹਰ ਮਿਲਦੇ ਆ, ਤਕਲੀਫਾਂ ਬਾਹਰ ਮਿਲਦੀਆਂ, ਪਰ ਆਨੰਦ ਕਿੱਥੇ ਮਿਲਦਾ? ਅੰਦਰ ਮਿਲਦਾ। ਆਨੰਦ ਅੰਦਰੋਂ ਲੱਭਣਾ, ਅੰਦਰੋਂ ਹੀ ਮਿਲਣਾ ਤੁਹਾਨੂੰ। ਠੀਕ ਹੈ। ਘਰ ਸੁਖ ਬਸਿਆ, ਬਾਹਰ ਸੁਖ ਪਾਇਆ। ਠੀਕ ਹੈ ਨਾ। ਅਸੀਂ ਇਸੇ ਤਰ੍ਹਾਂ ਆਨੰਦ ਤੁਹਾਡੇ ਅੰਦਰ ਆ, ਤੁਸੀਂ ਕਿੱਦਾਂ ਲੈਣਾ ਇਹ ਤੁਹਾਡੇ ਹੱਥ ਵਿੱਚ ਆ। ਰੋ ਕੇ ਜ਼ਿੰਦਗੀ ਕੱਟਣੀ ਇਹ ਵੀ ਤੁਹਾਡੇ ਹੱਥ ਆ, ਹੱਸ ਕੇ ਜ਼ਿੰਦਗੀ ਕੱਟਣੀ ਤਾਂ ਵੀ ਤੁਹਾਡੇ ਹੱਥ ਆ। ਠੀਕ ਹੈ ਨਾ। ਬਸ ਤੁਸੀਂ ਆਪਣੇ ਗੁਰੂਆਂ ਦਾ ਕਹਿਣਾ ਮੰਨੋ, ਸੰਤਾਂ ਮਹਾਂਪੁਰਸ਼ਾਂ ਫਕੀਰਾਂ ਦਾ ਕਹਿਣਾ ਮੰਨ ਕੇ ਉਹਨਾਂ ਅਨੁਸਾਰ ਬੰਦਗੀ ਕਰੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਘੱਟੋ ਘੱਟ 24 ਘੰਟੇ ਦਸਵੇਂ 2.5 ਘੰਟੇ ਬੰਦਾ ਰੋਜ਼ 2.5 ਘੰਟੇ ਰੋਜ਼ ਸਿਮਰਨ ਕਰਨਾ। ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਦੇ ਰਿਹਾ ਕਰੋ। ਇੱਕ ਨਾ ਇੱਕ ਦਿਨ ਤੁਹਾਡੀ ਜ਼ਰੂਰ ਗੱਲ ਬਣੇਗੀ। ਔਰ ਮੈਂ ਇਹ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ। ਤੇ ਦਾਸ ਕੋਲੋਂ ਕੁਝ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰ ਦੇਣਾ। ਜੇ ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਔਰ ਮੇਰੇ ਲਈ ਵੀ ਦੁਆਵਾਂ ਕਰਦਿਆ ਕਰੋ ਹਨਾ, ਕਿ ਹਮੇਸ਼ਾ ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਸਿਮਰਨ ਕਰਦੇ ਰਹੀਏ, ਕਰਾਉਂਦੇ ਰਹੀਏ, ਬੰਦਗੀ ਕਰਦੇ ਰਹੀਏ, ਕਰਾਉਂਦੇ ਰਹੀਏ ਹਨਾ। ਤੇ ਸਭ ਤੋਂ ਪਹਿਲਾ ਸੁੱਖ ਤਾਂ ਕਾਇਆ। ਜੇ ਸਰੀਰ ਸਾਡਾ, ਕਾਇਆ ਸਾਡੀ ਸੁਖੀ ਆ, ਸਾਡਾ ਸਰੀਰ ਠੀਕ ਆ, ਤਾਂ ਅਸੀਂ ਬੰਦਗੀ ਕਰ ਸਕਦੇ ਹਾਂ। ਜੇ ਪਹਿਲਾ ਹੀ ਸੁੱਖ ਨਰੋਗੀ ਕਾਇਆ, ਜੇ ਸਰੀਰ ਹੀ ਸਾਡਾ ਠੀਕ ਨਹੀਂ ਹੈਗਾ, ਅਸੀਂ ਬੰਦਗੀ ਕਿੱਦਾਂ ਕਰਾਂਗੇ, ਭਗਤੀ ਕਿੱਦਾਂ ਕਰਾਂਗੇ। ਠੀਕ ਆ। ਉਹ ਬੜੇ ਲੋਕ ਭਾਗਾ ਵਾਲੇ ਨੇ ਜਿਨ੍ਹਾਂ ਦਾ ਸਰੀਰ ਬਿਲਕੁਲ ਸਹੀ ਆ, ਨਰੋਗੀ ਕਾਇਆ ਪਰਮਾਤਮਾ ਨੇ ਦਿੱਤੀ ਆ, ਉਹ ਬੜੇ ਭਾਗਾ ਵਾਲੇ ਜੀ ਨੇ। ਕੋਈ ਪਹਿਲਾ ਸੁੱਖ ਇਹੀ ਆ ਨਾ। ਤੇ ਇਸ ਲਈ ਦੁਆ ਬੇਨਤੀ ਕਰਦਾ ਕਰੋ ਮੇਰੇ ਲਈ ਵੀ ਕਿ ਪ੍ਰਮਾਤਮਾ ਹਮੇਸ਼ਾ ਮੈਨੂੰ ਖੁਸ਼ ਰੱਖੇ, ਆਪਣੇ ਨਾਮ ਦੇ ਨਾਲ, ਚਰਨਾਂ ਦੇ ਨਾਲ, ਬੰਦਗੀ ਨਾਲ ਹਮੇਸ਼ਾ ਜੋੜ ਕੇ ਰੱਖੇ। ਇਸੇ ਤਰ੍ਹਾਂ ਮੈਂ ਆਪ ਜੀ ਦੀ ਸੇਵਾ ਕਰਦਾ ਰਵਾਂ ਨਾ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਕਿਸੇ ਨੇ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨੀ। ਠੀਕ ਹੈ। ਇਹਦਾ ਫਾਇਦਾ ਹੀ ਤੁਹਾਨੂੰ ਹੀ ਆ। ਤੇ ਮੇਰਾ ਕੰਮ ਤਾਂ ਹੋਕਾ ਦੇਈ ਜਾਣਾ ਹਨਾ। ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਤੁਸੀਂ ਕੁੰਡਾ ਨਾ ਖੋਲੋ ਤੇ ਇਹ ਤੁਹਾਡੀ ਮਰਜ਼ੀ ਆ ਹਨਾ। ਫਿਰ ਇਸ ਪਰਮਾਤਮਾ ਨੂੰ ਕਦੇ ਦੋਸ਼ ਨਾ ਦੇਣਾ ਕਿ ਮੈਨੂੰ ਤੂੰ ਉਠਾਇਆ ਨਹੀਂ ਹੈਗਾ ਨਾ, ਤੂੰ ਮੈਨੂੰ ਯਾਦ ਨਹੀਂ ਦਿਲਾਈ। ਇਹ ਸਭ ਉਹਦੀ ਹੁਕਮ ਨਾਲ ਹੀ ਹੁੰਦਾ ਜੋ ਹੁੰਦਾ ਹਨਾ। ਉਹ ਪਤਾ ਨਹੀਂ ਕਿਹਦੇ ਘੱਟ ਵਿੱਚ ਬੈਠ ਕੇ ਤੁਹਾਡੇ ਨਾਲ ਗੱਲ ਕਰਦਾ ਪਿਆ ਹਨਾ। ਤੇ ਇਹ ਸਭ ਉਹਦੀ ਕਿਰਪਾ ਹੈ, ਉਹਦੇ ਹੁਕਮ ਨਾਲ ਹੀ ਹੋ ਰਿਹਾ ਸਭ ਕੁਝ। ਤੇ ਤੁਸੀਂ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਹੋ। ਆਪ ਵੀ ਕਰਿਆ ਕਰੋ, ਤੁਹਾਡੇ ਵੱਲ ਦੇਖ ਕੇ ਤੁਹਾਡੇ ਬੱਚੇ ਵੀ ਬੰਦਗੀ ਕਰਨਗੇ। ਠੀਕ ਹੈ ਨਾ। ਇਕੱਠੇ ਪਰਿਵਾਰ ਵਿੱਚ ਇੱਕ ਸਮਾਂ ਇਹੋ ਜਿਹਾ ਕਰੋ ਕਿ ਸਾਰਾ ਪਰਿਵਾਰ ਇਕੱਠਾ ਬੈਠ ਕੇ ਸ਼ਾਮ ਨੂੰ ਜਾਂ ਰਾਤ ਨੂੰ 1 ਘੰਟਾ ਬੈਠ ਕੇ ਸਿਮਰਨ ਕਰਿਆ ਕਰੋ। ਆਪਣੇ ਘਰ 'ਚ ਇਹੋ ਜਿਹਾ ਨਿਯਮ ਬਣਾਓ। ਠੀਕ ਹੈ। ਤੇ ਇੱਕ ਨਾ ਇੱਕ ਦਿਨ ਤੁਹਾਡੀ ਗੱਲ ਜ਼ਰੂਰ ਬਣ ਜਾਵੇਗੀ।
ਜੈ ਲਖਦਾਤਾ ਪੀਰ ਦੀ, ਮੌਜ਼ ਫਕੀਰ ਦੀ।